किसान मजदूर एकता जिंदाबाद, किसान मजदूर एकता जिंदाबाद, बोले सो निहाल, वाहिगुरू का खालसा हो साहब मित्र प्यारे हो की हाल चाल ने सब तो वध मालोवाल का योगदान ਹੁੰਦਾ कि नहीं ਹੁੰਦਾ ਇਹਨਾਂ ਨੇ ਇਹ ਸੋਚਿਆ ਵੀ ਕਿਸਾਨ ਨੂੰ ਤਾਂ ਸਮਝ ਨਹੀਂ ਆਉਣੀ ਹੁਣ ਕੀ ਪਤਾ ਵੀ ਆਹ ਮੁੰਡੇ ਵਰਗੇ ਕਿਸਾਨ ਪੜ੍ਹੇ ਲਿਖੇ ਆ ਤੇ ਤੁਹਾਡੇ ਕੱਢ ਦੇਣਗੇ ਬੰਬ ਉਹ ਕਹਿੰਦੇ ਨੇ ਨਾ ਕਿ ਬਾਪ ਦਾ ਰਾਜ ਹੈ ਪਿਓ ਦਾ ਰਾਜ ਨਹੀਂ ਇਹ ਸਰਕਾਰ ਦੇ ਪਿਓ ਨੇ ਇਹ ਸਰਕਾਰ ਦੇ ਪਿਓ ਨੇ ਮੇਰੀ ਗੱਲ ਯਾਦ ਰੱਖੀ ਹੈ ਸਰਕਾਰ ਦੇ ਪਿਓ ਨੇ ਔਰ ਤੁਹਾਨੂੰ ਮੈਂ ਦੱਸੂ ਵੀ ਇਹ ਕਿਸ ਤਰੀਕੇ ਨਾਲ ਲੁੱਟੇ ਲਾਈਵ ਟੀਵੀ ਸੱਚ सबसे ਇਹਨਾਂ ਦੀ ਪੂਰੀ ਅਸਲੀ ਗੇਮ ਕੀ ਹੈ ਉਹ ਸਮਝੋ ਜਿਵੇਂ ਸ਼ਤਰੰਜ ਦੀ ਚਾਲ ਹੁੰਦੀ ਨਾ ਢਾਈਆ ਚੱਲਦੇ ਐ ਕਰਕੇ ਖੜਕ ਦੇਣੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੇਖੋ ਇਹ ਕਹਿੰਦੇ ਆ ਜੀ ਵੀ ਵਿਚੋਲੀਏ ਆ ਗਏ ਅਸੀਂ ਵਿਚੋਲੀਏ ਦੂਰ ਕਰਦੇ ਇਹਨਾਂ ਨੂੰ ਇਹ ਪੁੱਛੇ ਵੀ ਭਾਈ ਕਿਸਾਨ ਤੋਂ ਜਦੋਂ ਉਹ ਮੰਡੀ ਦੇ ਵਿੱਚ ਜਾ ਕੇ ਜੀਰੀ ਦਿੰਦਾ ਜਾਂ ਕਣਕ ਦਿੰਦਾ ਕਿ ਜੇ ਫਾਰਮ ਕਿਸੇ ਨੂੰ ਜੇ ਫਾਰਮ ਦਾ ਪਤਾ ਸਾਰਿਆਂ ਨੂੰ ਪਤਾ ਹੈ ਜਿਹੜਾ ਬੰਦਾ ਉੱਥੇ ਜੀਰੀ ਦਿੰਦੇ ਜਦੋਂ ਰੋਟੀ ਚੱਲਦੀ ਹੈ ਜੇ ਫਾਰਮ ਨਾਲ ਤਾਂ ਰੋਟੀ ਚੱਲਦੀ ਹੈ ਬਿਲਕੁਲ ਸਹੀ ਗੱਲ ਉਹ ਜਦੋਂ ਜੇ ਫਾਰਮ ਦਿੰਦਾ ਹੈ ਉਹ ਕੋਈ ਟੈਕਸ ਥੋੜਾ ਦਿੰਦਾ ਉੱਥੇ ਕਿਸਾਨ ਥੋੜਾ ਟੈਕਸ ਦਿੰਦਾ ਉਹ ਤੇ ਸਰਕਾਰ ਸੈਂਟਰ ਦੀ ਦਿੰਦੀ ਹੈ FCI ਦਿੰਦੀ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਿੰਦੀ ਹੈ ਉਹ ਦਿੰਦੀ ਹੈ 8.5% 2.5% ਦਿੰਦੀ ਹੈ ਆੜਤੀਏ ਵੀਰਾਂ ਨੂੰ 2.5% ਆੜਤੀਏ ਵੀਰਾਂ ਨੂੰ ਦਿੰਦੀ ਹੈ ਤੇ ਫਿਰ RDF ਦਿੰਦੀ ਹੈ ਤੇ ਬਾਕੀ ਸਰਕਾਰ ਨੂੰ ਦਿੰਦੀ ਹੈ ਸਰਕਾਰ ਨੂੰ ਉਹਦਾ 4-5 ਹਜ਼ਾਰ ਕਰੋੜ ਰੁਪਈਆ ਆਉਂਦਾ ਪਿਛਲੇ ਸਾਲ 4000 ਕਰੋੜ ਆਇਆ ਪੰਜਾਬ ਸਰਕਾਰ ਨੂੰ ਉਹ ਤੁਹਾਡਾ ਮੰਡੀ ਕਾਨੂੰਨ ਬੋਰਡ ਲਾਉਂਦਾ ਕਿਸੇ ਸੜਕ ਤੇ ਲਾਉਂਦਾ ਕਿਸੇ ਡਿਵੈਲਪਮੈਂਟ ਤੇ ਕਰਦਾ ਔਰ ਉਹਦੇ ਨਾਲ ਬਹੁਤ ਡਿਵੈਲਪਮੈਂਟ ਹੁੰਦੀ ਹੈ ਮਤਲਬ ਜੇ ਤੁਸੀਂ ਦੇਖੋ ਰੱਜ ਕੇ ਡਿਵੈਲਪਮੈਂਟ ਹੁੰਦੀ ਹੈ ਠੀਕ ਹੈ ਹੁਣ ਜਦੋਂ ਸਰਕਾਰੀ ਮੰਡੀ ਹੈ ਤੇ ਉਹ ਸਟੇਟ ਨੂੰ ਆਉਂਦਾ ਜਦੋਂ ਇਹ ਪ੍ਰਾਈਵੇਟ ਮੰਡੀ ਬਣੀ ਤੇ ਅੰਬਾਨੀ ਨੇ ਚਲਾਈ ਤੇ ਉਹ ਟੈਕਸਾਂ ਤੋਂ ਛੋਟ ਉਹਨਾਂ ਨੂੰ ਸਿੱਧਾ ਪ੍ਰੋਫਿਟ ਹੋ ਗਿਆ ਦੇਖਿਆ ਹੁਣ ਗੇਮ ਸਮਝੀ ਨਾ ਮੇਰੀ ਗੱਲ ਇਹ ਗੇਮ ਹੈ ਇਹਨਾਂ ਦੀ ਦੇਖੋ ਤੁਸੀਂ ਵੀ ਜੇ ਤੇ ਪ੍ਰਾਈਵੇਟ ਮੰਡੀ ਕਿਉਂ ਚਾਹੁੰਦੇ ਆ ਵੀ ਜੇ ਤਾਂ ਸਰਕਾਰੀ ਮੰਡੀ ਹੈ ਤੇ ਸਟੇਟ ਨੂੰ ਆ ਰਿਹਾ ਪੈਸਾ ਉਹ ਠੀਕ ਹੈ ਅੱਛਾ ਕਿਸਾਨ ਤਾਂ ਉਹਦੇ ਵਿੱਚ ਹੈ ਹੀ ਨਹੀਂ ਇਹ ਕਿਸਾਨ ਦੇ ਨਾਂ ਤੇ ਲੁੱਟਦੇ ਆ ਦੇਖੋ ਸਹੀ ਅੱਛਾ ਜੇ ਹੁਣ ਇਹ ਪ੍ਰਾਈਵੇਟ ਮੰਡੀ ਕਰਦੇ ਆ ਤੇ ਪ੍ਰਾਈਵੇਟ ਮੰਡੀ ਦਾ ਜਿਹੜਾ ਪੈਸਾ ਹੈ ਉਹਦੇ ਜਿਹੜੇ ਟੈਕਸ ਬੈਨੀਫਿਟ ਨੇ ਹੈ ਉਹ ਸਾਰੇ ਦੇ ਸਾਰੇ ਅੰਬਾਨੀ ਨੂੰ ਜਾਣਗੇ ਔਰ ਤੁਸੀਂ ਇੱਕ ਗੱਲ ਸਮਝੋ ਕਿ ਇੱਕ ਸਟੇਟ ਹੈ ਆਪਣਾ 4000 ਕਰੋੜ ਹੁਣ 29 ਹੋਰ ਨੇ ਟੋਟਲ ਕਿੰਨੇ ਨੇ 29 ਨੇ ਠੀਕ ਹੈ 29 ਸਟੇਟਾਂ ਦਾ ਲਾ ਲਓ ਜੇ ਇੱਥੇ 4 ਲਾਇਆ ਆਪਾਂ ਘੱਟ ਤੋਂ ਘੱਟ ਲਾ ਲਓ ਚਲੋ ਯਾਰ 3000 ਲਾ ਲਓ 2 ਲਾ ਲਓ 3 ਲਾ ਲਓ 1 ਲੱਖ ਕਰੋੜ ਰੁਪਈਆ ਸਿੱਧਾ ਕਾਨੂੰਨਾਂ ਦੇ ਨਾਲ ਸ਼ੁਰੂ ਕਰੂਗਾ 1 ਲੱਖ ਫਿਰ ਕੋਈ ਰਜਿਸਟ੍ਰੇਸ਼ਨ ਨਹੀਂ ਕਰਨੀ ਕੋਈ ਸਿਕਿਉਰਿਟੀ ਦੇਣੀ ਹੈ ਸਿੱਧਾ ਪੈਨ ਕਾਰਡ ਦੇ ਉੱਤੇ ਆ ਤੁਸੀਂ ਦੱਸੋ ਹੈ ਘਰੇ ਮਤਲਬ ਸਿੱਧਾ ਹੀ ਜਿਵੇਂ ਆ ਚੱਕੋ ਯਾਰ ਆ ਤੈਨੂੰ ਦੇਤੇ ਆ ਤੇਰੀ ਝੋਲੀ ਚ ਪਾਤੇ ਤੇਰੀ ਜੇਬ ਚ ਮਤਲਬ ਕਿਸਾਨ ਦੀ ਮਿਹਨਤ ਤੇਰੀ ਝੋਲੀ ਚ ਪਾਤੀ ਉਹ ਜਿਹੜਾ ਹੁਣ ਐਸੈਂਸ਼ੀਅਲ ਕਮੋਡਿਟੀ ਹੈ ਰੋਟੀ ਕਰਤੀ ਐਸੈਂਸ਼ੀਅਲ ਕਮੋਡਿਟੀ ਚੋਂ ਐਸੈਂਸ਼ੀਅਲ ਕਮੋਡਿਟੀ ਦੇ ਵਿੱਚ ਇਹਨਾਂ ਨੇ ਅਲਾਉ ਕਰਤਾ ਕਿਸਾਨ ਨੂੰ ਤਾਂ ਕਦੇ ਰੱਖਣ ਨੂੰ ਦਿੰਦੇ ਨਹੀਂ ਉਹ 3 ਰੁਪਏ ਦਾ ਟਮਾਟਰ ਵੇਚਦਾ ਤੇ 60 ਦਾ ਵੇਚਦੇ ਆ ਉਹਨੂੰ ਰੱਖ ਕੇ ਉਹਦੇ ਚ ਕੋਲਡ ਸਟੋਰੇਜ ਦੇ ਵਿੱਚ ਲਾ ਕੇ 60 ਦਾ ਵੇਚਦੇ ਕਿ ਨਹੀਂ ਵੇਚਦੇ ਬਿਲਕੁਲ ਠੀਕ ਹੈ ਨਹੀਂ ਇਹ ਗੰਨੇ ਦੀਆਂ ਫੁੱਲੀਆਂ ਪੈਕ ਕਰਕੇ ਵੇਚ ਜਾਂਦੇ ਭਾਜੀ ਮੌਲਾ ਜੀ ਮੈਂ ਦੱਸਦਾ ਤੈਨੂੰ ਉਹ ਇੱਕ ਮੈਂ ਨਾ ਉਹ ਛੱਡ ਯਾਰ ਛੱਲੀ ਰੱਖ ਦਿੰਦੇ ਆ ਕਰਕੇ ਤੇ ਨਾਲ ਲਿਖ ਕੇ 84 ਰੁਪਏ ਵੇਖਿਆ 84 ਰੁਪਏ ਦੀ ਛੱਲੀ ਇਹਦੀ ਅੰਬਾਨੀ ਦੀ ਮਾਲ ਦੇ ਵਿੱਚ ਤੇ ਜਦੋਂ ਜੱਟ ਵੇਚਣ ਜਾਂਦਾ ਉਹਦੀ MSP ਰੱਖੀ ਹੁੰਦੀ ਹੈ 1800 ਦਿੰਦੇ 600 700 ਐਤਕੀ 700 ਚ ਗਈ ਉਹਨੂੰ ਦਿੰਦੇ 700 500 ਨੂੰ ਵੀ ਗਈ ਹੈ ਉਹਨੂੰ ਦਿੰਦੇ 700 ਵੇਖੋ ਯਾਰ ਤੁਸੀਂ ਕਿਤੇ ਨੇਰ ਇਹਨਾਂ ਨੇ ਪਾਏ ਇਹ ਸੋਚਦੇ ਆ ਅੱਛਾ ਫਿਰ ਇਹਨਾਂ ਨੇ ਇਹ ਸੋਚਿਆ ਵੀ ਕਿਸਾਨ ਨੂੰ ਤਾਂ ਸਮਝ ਨਹੀਂ ਆਉਣੀ ਹੁਣ ਕੀ ਪਤਾ ਵੀ ਆਹ ਮੁੰਡੇ ਵਰਗੇ ਕਿਸਾਨ ਪੜ੍ਹੇ ਲਿਖੇ ਆ ਤੁਹਾਡੇ ਕੱਢ ਦੇਣਗੇ ਬੰਬ ਹਾਂ ਨਹੀਂ ਫਿਰ ਗੱਲ ਖਤਮ ਹੋਈ ਨਾ ਪੁੱਤ ਖੁਸ਼ ਹੋ ਗਿਆ ਮੋਗੈਂਬੋ ਦੇ 25 ਸਾਲ ਪਹਿਲਾਂ ਖੁਸ਼ ਹੋਇਆ ਸਰਦਾਰ ਖੁਸ਼ ਹੋਇਆ ਚੱਲ ਮੁਕਾ ਯਾਰ ਤੂੰ ਹਰਿਆਣੇ ਵਾਲੇ ਦੇਖੋ ਰਾਜ ਕਰੋ ਕਿਸਾਨ ਪਾੜ ਜਾਣਾ ਸਹੀ ਨਹੀਂ ਸਹੀ ਗੱਲ ਦਾ ਉਹ ਆਂਦਾ ਨਾ ਭੱਜੋ ਚੱਕਰ ਪਾਸੇ ਇਹ ਗੱਲ ਹੈ ਦਰਿਆ ਨੇ ਬਿਆਨ ਦਾ ਪਤਨਾ ਜਾ ਭੱਜੋ ਚੱਕਰ ਮੈਂ ਜਲਾ ਕਾਫੀ ਦੇਣਾ ਹਰਜੀਤ ਗਰੇਵਾਲ ਉਹਨੂੰ ਕਹ ਇੱਥੇ ਆ ਕੇ ਖੜ ਕੇ ਵਿਖਾ ਉਹਦੇ ਪਿੰਡ ਚੋਂ ਵੀ ਉਹਨਾਂ ਬੈਠ ਫੇਰ ਵੇਖੀ ਸੇਕ ਕਿੱਥੋਂ ਨਿਕਲੂ ਮੁੱਢ ਚ ਨਿਕਲੂਗੇ ਤੇਰੇ ਕੋਲ ਨਿਕਲੂ ਉਹਨੂੰ ਕਹ ਖੜ ਹੈ ਕਿਉਂ ਠੀਕ ਹੈ ਕਿ ਨਹੀਂ ਗੱਲ ਬਿਲਕੁਲ ਸਰ ਬਿਲਕੁਲ ਜਿਹੜੀ ਤੁਸੀਂ ਇਹ ਗੱਲ ਬੋਲੀ ਨਾ ਕਿ
ਕਿਸਾਨ ਸਾਰਾ ਸਮਝਦਾ ਤੇ ਕਿਸਾਨ ਸਮਝ ਗਿਆ ਹਾਂ ਇਹ ਬੜੀ ਡੂੰਗੀ ਗੱਲ ਹੈ। ਤੁਸੀਂ ਦੇਖੋ ਪਿਛਲੇ 6 ਮਹੀਨੇ ਸਰਕਾਰ ਆਪਾਂ ਨੂੰ ਪੂਰੇ ਦੇਸ਼ ਨੂੰ ਸਮਝਾਉਣ ਲੱਗੀ ਹੋਈ ਹੈ ਵੀ ਇਹਦਾ ਆਹ ਫਾਇਦਾ ਜੀ, ਇਹਦਾ ਆਹ ਫਾਇਦਾ ਜੀ, ਇਹ ਚ ਤੁਸੀਂ ਆਹ ਕੱਢ ਲਓਗੇ ਜੀ। ਉਹ ਚ ਕੋਈ ਇਹੀ ਜੀ ਗੱਲ ਨਹੀਂ ਨਵੀਂ ਜਿਹੜੀ ਕਿਸਾਨ ਆਲਰੇਡੀ ਫਾਇਦਾ ਨਹੀਂ ਚੱਕ ਰਿਹਾ। ਆਪਾਂ ਪਹਿਲਾਂ ਹੀ ਪ੍ਰਾਈਵੇਟ ਟ੍ਰੇਡ ਕਰ ਸਕਦੇ ਹਾਂ, ਬਿਲਕੁਲ ਠੀਕ ਪਹਿਲਾਂ ਹੀ ਜਾ ਕੇ ਵੇਚ ਸਕਦੇ ਹਾਂ। ਅਸਲ ਵਿੱਚ ਲਿਆਂਦੇ ਕਿਉਂ ਗਏ ਫਿਰ ਕਿਹਨੂੰ ਫਾਇਦਾ ਦੇਣ ਨੂੰ ਲਿਆਂਦੇ? ਤੁਹਾਨੂੰ ਤਾਂ ਜਿਹੜੇ ਫਾਇਦੇ ਤੁਹਾਨੂੰ ਗਿਣਾਉਂਦੇ ਨੇ ਉਹ ਤਾਂ ਪਹਿਲਾਂ ਹੀ ਹੈ। ਬਿਲਕੁਲ ਓਪਨ ਮਾਰਕੀਟ ਦੋਨੋਂ ਮੰਡੀਆਂ ਹੈ, ਜਿੱਥੇ ਮਰਜ਼ੀ ਵੇਚਣ। ਬਿਲਕੁਲ ਇਹ ਬਸ ਇੰਨਾ ਸਰ ਇੰਨਾ ਮੰਡੀ ਜਦੋਂ ਤੋੜਤੀ, ਜਦੋਂ ਮੰਡੀ ਟੁੱਟ ਗਈ ਤੇ ਵੇਖੋ ਜਦੋਂ ਆਪਣੇ ਕੋਲ ਓਪਰਚੁਨਿਟੀ ਨਾ ਰਹਿ ਗਈ ਕਿਤੇ ਵੇਚਣ ਨੂੰ, ਉਹਨਾਂ ਦਾ ਆਪਣੀ ਅੱਧੇ ਰੇਟ ਤੇ ਖਰੀਦਣੀ ਉਹ ਆਟੋਮੈਟਿਕਲੀ। ਮਿੱਤਰਾ ਮੈਂ ਤੈਨੂੰ ਸਾਰਾ ਸਮਝਾਉਂ, ਤੂੰ ਦੇਖੀ ਸਹੀ। ਅੱਜ ਮੈਂ ਇਹਨਾਂ ਦੇ ਪੋਤੜੇ ਖੋਲ ਦੇਣੇ, ਤੂੰ ਨਜ਼ਾਰਾ ਦੇਖੀ ਦਿੰਦੇ ਆ। ਇਹ ਗੱਲ ਕੀ ਆ ਵੀ ਆਹ ਗੱਲ ਜਿਹੜੀ ਕੀਤੀ ਹੈ ਨਾ ਮੁੰਡੇ ਨੇ, ਇਹਨੇ ਬੜੀ ਵਧੀਆ ਗੱਲ। ਇਹ ਤੇ ਮਤਲਬ ਜਿਹੜੀਆਂ ਇਹ ਗੱਲਾਂ ਕਰ ਰਹੀ ਹੈ ਸਰਕਾਰ, ਜਿਹੜੀ ਇਹ ਲੋਲੀਪੌਪ ਦੇ ਰਹੇ ਰੈਪਰ ਵਾਲੇ, ਅੰਦਰ ਕੁਝ ਹੈ ਹੀ ਨਹੀਂ। ਬਿਲਕੁਲ ਜੀ ਇਹ ਮਤਲਬ ਇਹ ਤੇ ਪਹਿਲਾਂ ਤੋਂ ਹੀ ਹੈ। ਦੇਖੋ ਤੁਸੀਂ ਆਪਣੀ ਫਸਲ ਜਿੱਥੇ ਮਰਜ਼ੀ ਆ ਕੇ ਵੇਚ ਲਓ। ਪਹਿਲਾਂ ਅਸੀਂ ਵੀ ਹੋ ਰਹੇ ਜੀ ਕਈ ਵਾਰ ਆਲੂ ਮਟਰ ਹੈ ਜੀ ਇੱਥੋਂ ਡੇਢ ਤੋਂ ਪਹਿਲਾਂ ਆਪ ਨੂੰ ਗੱਡੀਆਂ ਲੋਡ ਹੁੰਦੀਆਂ ਵਾ ਔਰ ਮੰਨ ਲਓ ਪੂਰੇ ਇੰਡੀਆ ਦੇ ਵੱਖੋ-ਵੱਖ ਜਗ੍ਹਾ ਤੇ। ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਦਾ, ਸਭ ਤੋਂ ਪਹਿਲਾਂ ਬਿਹਾਰ ਤੋਂ 800 ਨੂੰ ਅੱਗੇ ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਦਾ। ਵੇਖੋ ਤੁਸੀਂ ਕਣਕ ਜਿਹੜੀ ਹੈ ਉਹ ਤੇ ਮੰਡੀ ਲਿਜਾਓਗੇ, ਜੀਰੀ ਵੀ ਮੰਡੀ, ਝੋਨਾ ਵੀ ਮੰਡੀ ਲਿਜਾਓਗੇ, ਲੇਕਿਨ ਜਿਹੜੀ ਸਬਜ਼ੀ ਸੁਬਜੀ ਲਾਉਂਦਾ ਕੋਈ ਹਾਂਜੀ ਉਹ ਤੇ ਡਾਇਰੈਕਟ ਵੇਚ ਦਿੰਦਾ ਹੁਣ। ਅੱਗੇ ਵੀ ਇਸ ਤਰ੍ਹਾਂ ਹੀ ਇਹਦਾ ਮੈਂ ਕੀ ਕਹਿਣਾ ਕਿ ਇਹਦਾ ਮਤਲਬ ਓਪਨ ਮਾਰਕੀਟ, ਇਹ ਮੁੰਡਾ ਜਿਹਾ ਕਹਿ ਰਿਹਾ ਬਿਲਕੁਲ ਠੀਕ ਹੈ। ਭਾਈ ਨਾਲ ਜੀਰੀ ਜਿਹੜੀ ਮੰਨ ਲਓ ਜੇ ਕਣਕ ਆ ਹੁਣ ਬਿਹਾਰ ਦੇ ਕਿਸਾਨ ਦੀ ਇੰਨੀ ਵਿਚਾਰੇ ਦੀ ਪਹੁੰਚ ਥੋੜੀ ਹੈਗੀ ਪੰਜਾਬ 'ਚ ਲਿਆ ਕੇ ਵੇਚ ਲੂਗਾ। ਨਹੀਂ ਉਹ ਪਾਰੀ ਲਿਆ ਕੇ ਵੇਚਣ ਦੇ ਇਹਨਾਂ ਦੇ ਉੱਥੇ ਮੰਡੀਆਂ ਨਹੀਂ ਗਈਆਂ ਤੇ ਕਿਸਾਨ ਦੀ ਕੀ ਦੁਰਦਸ਼ਾ। ਇਹ ਧਾਰਨਾ ਹੈ ਜਿਹੜਾ ਤੈਂ ਕਿਹਾ ਨਾ ਮਿੱਤਰਾ, ਇਹ ਇਹੀ ਧਾਰਨਾ ਹੈ। ਲੇਕਿਨ ਆਪਾਂ ਪੁਆਇੰਟ ਤੇ ਆਈਏ ਵੀ ਆਪਾਂ ਮਤਲਬ ਗੱਲ ਦੇਖਣੀ ਹੋਵੇ ਨਾ, ਇਹ ਕਾਨੂੰਨ ਕਿਉਂ ਆਏ ਫਿਰ? ਜਿਹੜਾ ਮੁੰਡੇ ਨੇ ਗੱਲ ਕੀਤੀ ਇਹਨੇ, ਇਹ ਮੇਰਾ ਭਤੀਜਾ ਹੈ, ਫਿਰ ਇਹ ਕਾਨੂੰਨ ਕਿਉਂ ਆਏ? ਇਹ ਜੇ ਇਹ ਸਾਰਾ ਕੁਝ ਸੀਗਾ ਜੋ ਸਰਕਾਰ ਗੱਲਾਂ ਕਰ ਰਹੀ ਹੈ ਵੀ ਇਹ ਕੀ ਕਿਉਂ ਕਾਨੂੰਨ ਆਏ ਹੈ, ਇਹਦਾ ਕਾਰਨ ਮੈਂ ਇਸ ਗੱਲ ਨੂੰ ਸਮਝਦਾ। ਦੇਖੋ ਪਹਿਲਾਂ ਉਤਪਾਦਨ ਸੀਗਾ, ਮੈਨੂਫੈਕਚਰਿੰਗ ਸੈਕਟਰ ਕਹਿੰਦੇ ਜਿਹਨੂੰ ਆਪਾਂ, ਉਤਪਾਦਨ ਵਾਲਾ ਸੈਕਟਰ, ਉਹ ਟਹਿ ਗਿਆ। ਮੰਦੀ ਆਈ, ਟਹਿ ਗਿਆ, ਉਹ ਬਿਲਕੁਲ ਪੂਰੀ ਤਰ੍ਹਾਂ ਟਹਿ ਗਿਆ। ਫਿਰ ਆਗਾ ਸਰਵਿਸ ਸੈਕਟਰ, ਜਿਹੜੇ ਸਰਵਿਸ ਰੋਜ਼ ਪ੍ਰੋਵਾਈਡ ਕਰਦੇ ਆ, ਕੋਈ ਟੈਕਸੀ ਕਰਦਾ, ਕੋਈ ਹੋਟਲਾਂ ਵਾਲੇ ਕਰਦੇ ਆ, ਕੋਈ ਕਰਦੇ, ਉਹ ਵੀ ਟਹਿ ਗਿਆ। ਇੱਕ ਖੇਤੀ ਦੇ ਝੰਡੇ 'ਚ ਗੱਲ ਬਿਲਕੁਲ ਜੀ। ਇਹ ਖੇਤੀ ਵਾਲੇ ਸੈਕਟਰ ਦਾ ਕੰਟਰੋਲ ਇਹਨਾਂ ਦੋ ਲਾਡਲਿਆਂ ਨੂੰ, ਬਲੂ ਆਈਡ ਬॉयਜ਼ ਅੰਬਾਨੀ ਤੇ ਅਡਾਨੀ ਨੇ ਦੇਣ ਖਾਤਰ ਇਹ ਕਾਨੂੰਨ ਲਿਆਂਦਾ। ਬਿਲਕੁਲ ਜੀ। ਕਿਉਂ ਵੀ ਮਤਲਬ ਠੀਕ ਕਹਿ ਰਿਹਾ ਮੈਂ? 70-80 ਕਰੋੜ ਲੋਕਾਂ ਦੀ ਇਨਕਮ ਹੈ, ਅਬ ਉਹ ਦੋ ਬੰਦੇ ਨੂੰ ਦੇਣ ਵਾਸਤੇ। ਬਸ ਔਰ ਇਹ ਗੱਲ ਤਾਂ ਜਿਹੜੀ ਕਹੀ ਯਾਰ ਹੁਣ ਵੀ 70-80 ਕਰੋੜ ਜਿਹੜਾ ਕਿਸਾਨ, ਮਤਲਬ ਤੂੰ 60% ਲਾ ਲਾ ਤੇ 70-80 ਕਰੋੜ ਹੀ ਹੋ ਗਿਆ। ਹਾਂ, ਉਹਦੇ ਉੱਤੇ ਵਰਚਸਵ, ਉਹਦੇ ਉੱਤੇ ਰਾਜਨੀਤਿਕ ਹਕੂਮਤ, ਇਹ ਕਿਸੇ ਦੋ ਬੰਦਿਆਂ ਦੀ ਕਿਉਂ ਹੋਵੇ ਵੀ? ਇਸ ਕਰਕੇ ਉਹ ਖਤਾ ਖਾਦਾ ਉਹਨੇ ਆਪਦੇ ਹੱਥ 'ਚ ਹੀ ਝੰਡਾ ਚੱਕ ਲਿਆ। ਨਹੀਂ, ਉਹ ਸਾਰੇ ਵਾਸਤੇ ਲੜ ਰਿਹਾ। ਹਾਂ ਬਿਲਕੁਲ, ਸਾਰੇ ਲੜਾਈ ਲੜ ਰਹੇ, ਔਰ ਉਹ ਸਾਰਿਆਂ ਦੀ ਲੜਾਈ ਲੜ। ਜੋ ਤੁਸੀਂ ਕਿਹਾ ਸਾਰੇ ਲੜਾਈ ਲੜ ਰਿਹਾ ਉਹੀ ਹੈ। ਅਸਲ ਕਿਸਾਨ ਸਮਝ ਕੇ ਜੇ ਕਿਸਾਨ ਜਿੱਤ ਗਿਆ, ਜੇ ਕਿਸਾਨ ਇਹ ਲੜਾਈ ਜਿੱਤ ਗਿਆ ਤੇ ਆਪਾਂ ਇਹ ਡੀਡਰਸ਼ਿਪ ਦਾ ਨੱਕਾ ਮੋੜ ਸਕਦੇ ਹਾਂ, ਆਪਾਂ ਵਾਪਸ ਲੋਕਪ੍ਰਿਆ ਨੀਤੀਆਂ ਵੱਲ ਮੋੜ ਸਕਦੇ ਹਾਂ। ਤੇ ਇਹ ਐਡਾ ਵੱਡਾ ਮੋਹਰਾ ਹੈ, ਇਹ ਆਪਣੀ ਡੈਮੋਕ੍ਰੇਸੀ ਬਚਾ ਸਕਦਾ। ਬਸ ਇਹ ਲੋਕਤੰਤਰ ਬਚਾ ਸਕਦਾ, ਮੋਰਾ ਇੱਕ ਹੋਰ ਛੱਡਤਾ, ਸੰਵਿਧਾਨ ਬਚਾ ਸਕਦਾ ਹੈ, ਔਰ ਲੋਕ ਪੱਖੀ ਜਿਹੜੀਆਂ ਨੀਤੀਆਂ ਉਹਨਾਂ ਨੂੰ ਬਚਾ ਸਕਦਾ। ਇਹ ਬਿਲਕੁਲ ਠੀਕ ਗੱਲ ਕੀ। ਹੁਣ ਆਪਾਂ ਉਹ ਕਹਿੰਦੇ ਨੇ ਨਾ ਕਿ ਬਾਪ ਦਾ ਰਾਜ ਹੈ, ਪਿਓ ਦਾ ਰਾਜ ਹੈ। ਪਿਓ ਦਾ ਰਾਜ ਨਹੀਂ, ਇਹ ਸਰਕਾਰ ਦੇ ਪਿਓ ਨੇ। ਇਹ ਸਰਕਾਰ ਦੇ ਪਿਓ ਨੇ, ਮੇਰੀ ਗੱਲ ਯਾਦ ਰੱਖੀ, ਇਹ ਸਰਕਾਰ ਦੇ ਪਿਓ ਨੇ। ਔਰ ਤੁਹਾਨੂੰ ਮੈਂ ਦੱਸੂ ਵੀ ਇਹ ਕਿਸ ਤਰੀਕੇ ਨਾਲ ਲੁੱਟਦੇ। 30,000 ਕਰੋੜ ਦੀ ਅਲੋਕ ਇੰਡਸਟਰੀ, ਕੋਈ ਚੈੱਕ ਕਰ ਲੈ, ਮੈਂ ਕਹਿੰਦਾ ਮੇਰੇ ਨਾਲ ਬਹਿ ਜੇ, ਜਿੱਥੇ ਮਰਜ਼ੀ ਬੁਲਾ ਲੈ ਮੈਨੂੰ, ਮੈਂ ਉਹਦੇ ਕੋਲ ਚਲੀ। 5,000 ਕਰੋੜ ਚ ਖਰੀਦੀ ਕਿੱਦਾਂ? ਜਿਨ੍ਹਾਂ ਬੈਂਕਾਂ ਦਾ ਉਹ ਡਿਫਾਲਟਰ ਸੀ, ਜਿਨ੍ਹਾਂ ਬੈਂਕਾਂ ਦੇ ਅਲੋਕ ਨੇ ਪੈਸੇ ਨਹੀਂ ਦਿੱਤੇ, ਉਹਨਾਂ ਹੀ ਬੈਂਕਾਂ ਤੋਂ 4,000 ਕਰੋੜ ਲੈ ਲਏ। ਉਹਦੇ ਚ ਸਟੇਟ ਬੈਂਕ ਆਫ ਇੰਡੀਆ 4,500 ਕਰੋੜ ਉਹ ਤੋਂ ਲੈ ਲਿਆ। ਆਪ ਕਹਿੰਦਾ ਮੈਂ 500 ਕਰੋੜ ਦਊਂ, ਠੀਕ ਹੈ, 500 ਚੋਂ 250 ਦਿੱਤਾ, 500 ਚੋਂ 250 ਦਿੱਤਾ। 250 ਕਰੋੜ ਦੇ ਵਿੱਚ ਇਹਨਾਂ ਤੋਂ 4,000 ਕਰੋੜ ਲੈ ਕੇ 30,000 ਕਰੋੜ ਰੁਪਏ ਦੀ ਕੰਪਨੀ ਖਰੀਦੀ। ਅੱਛਾ, ਇੱਥੇ ਹੀ ਗੱਲ ਨਹੀਂ ਮੁੱਕਦੀ। 30,000 ਕਰੋੜ ਦੀ ਕੰਪਨੀ ਖਰੀਦੀ, ਨਾਲ ਦੀ ਨਾਲ ਸਰਕਾਰ ਨੇ ਇਹਨੂੰ ਪੀਪੀ ਕਿੱਟਾਂ, ਜਿਹੜੀਆਂ ਡਾਕਟਰੀਆਂ ਵਾਲੀਆਂ ਪੀਪੀ ਕਿੱਟਾਂ ਨਹੀਂ, ਇਹਨੂੰ ਪੀਪੀ ਕਿੱਟਾਂ ਦਾ ਕੰਟਰੈਕਟ ਦਿੱਤਾ। ਇਹ ਕਿਤੋਂ ਹਵਾ ਚੋਂ ਆ ਗਿਆ। 1 ਲੱਖ ਕਿੱਟ ਰੋਜ਼ ਬਣਾਵੇ, 1 ਲੱਖ ਕਿੱਟ ਹਰ ਰੋਜ਼ ਬਣਾਵੇ। 1 ਲੱਖ ਕਿੱਟ ਜਦੋਂ ਰੋਜ਼ ਬਣਾਈ ਤੇ ਉਹ ਕੰਪਨੀ ਜਿਹੜੀ 1 ਸਾਲ ਦੀ 18,000 ਕਰੋੜ ਦੇ ਘਾਟੇ 'ਚ ਗਈ, ਉਹ 3,000 ਕਰੋੜ ਦੇ ਪ੍ਰੋਫਿਟ 'ਚ ਆ ਗਈ। 3,000 ਕਰੋੜ ਰੁਪਏ ਦੇ ਪ੍ਰੋਫਿਟ। ਹੁਣ ਇਹਨੂੰ ਭਰੇ ਮਾਨਸ ਨੂੰ ਪੁੱਛੇ ਵੀ ਜੇ ਤੂੰ 3,000 ਕਰੋੜ ਦਾ ਪ੍ਰੋਫਿਟ ਆਇਆ
ਉਹ ਤੂੰ ਬੈਂਕਾਂ ਦੇ ਵਿੱਚ ਵਾਪਸ ਮੁੜਿਆ? ਉਹ ਇਹਨੇ ਬੈਂਕਾਂ ਦੇ ਵਿੱਚ ਵਾਪਸ ਮੁੜਿਆ, ਇਹਨੂੰ ਪੁੱਛੇ ਹੈ? ਬਿਲਕੁਲ ਨਹੀਂ। ਦੇਖੋ ਮਾਲ ਲੋਕਾਂ ਦਾ, ਮਸ਼ਹੂਰੀ ਕੰਪਨੀ ਦੀ। ਆ ਗੱਲ ਹੈ ਕਿ ਲੋਕਾਂ ਦੇ ਮਾਲ ਤੇ ਅੰਬਾਨੀ ਦੀ ਰੋਜ਼ ਦੀਵਾਲੀ ਐ ਲੁੱਟਦੇ ਆ। ਇਹ 17 ਲੱਖ ਕਰੋੜ ਜਿਹੜੇ ਐਨਪੀ ਆਏ ਆ, ਇਹ ਐਸੇ ਤਰੀਕੇ ਆਏ ਆ। ਮਿੱਤਰ ਪਿਆਰਿਓ, ਸੋਚ ਕੇ ਵੇਖੋ। ਤੁਸੀਂ ਕੋਈ ਹੋਰ ਦੂਸਰਾ ਐਗਜ਼ਾਮਪਲ ਲੈ ਲਓ। ਹੁਣ ਜੀਓ ਹੈ, ਆ ਜੀਓ ਵਾਲਾ ਦੱਸ। ਹੁਣ ਜੀਓ ਜਦੋਂ ਸਿਮ ਕਾਰਡ ਆਇਆ, ਮੋਬਾਈਲ 'ਚ ਆਇਆ, ਵੈਸੇ ਤਾਂ ਟੈਲੀਕਾਮ ਦੀ ਪਾਲਿਸੀ ਇਹ ਕਹਿੰਦੀ ਸੀ ਕਿ ਜਦੋਂ ਕੋਈ ਨਵੀਂ ਕੰਪਨੀ ਆਉਂਦੀ ਹੈ, ਜਦ ਤੱਕ ਕੋਈ ਕੰਪਨੀ 30% ਮਾਰਕੀਟ ਤੇ ਕੰਟਰੋਲ ਨਹੀਂ ਕਰਦੀ, ਉਹ ਫ੍ਰੀ ਸਿਮ ਨਹੀਂ ਬਣ ਸਕਦੀ, ਉਹ ਐ ਐਕਸਕਲੂਸਿਵ ਡੀਲਾਂ ਨਹੀਂ ਦੇ ਸਕਦੀ, ਜੇ ਦੇ ਵੀ ਸਕਦੀ 90 ਦਿਨ ਤੱਕ ਦੇ ਸਕਦੀ ਹੈ। ਪ੍ਰਮੋਸ਼ਨ ਜਿਹੜੀ ਪ੍ਰਮੋਸ਼ਨ ਉਹਦੇ 90 ਦਿਨ ਹੁੰਦੇ ਆ। ਪਾਲਿਸੀਆਂ ਚੇਂਜ ਕਰਤੀਆਂ, ਪਾਲਿਸੀ ਚੇਂਜ ਕਰਕੇ ਕਹਿੰਦੇ 90 ਦਿਨ ਨਹੀਂ, ਤੁਸੀਂ ਜੀ ਸਾਰਾ 1 ਸਾਲ ਦਾ। ਇਹ ਕਹਿੰਦਾ ਜੀ 1 ਸਾਲ ਸਿਮ ਫ੍ਰੀ ਦੂੰ। ਦੇਖ ਲਓ ਇਹ ਪਾਲਿਸੀਆਂ ਚੇਂਜ ਹੋਈਆਂ। ਇਹ ਪਾਲਿਸੀਆਂ ਚੇਂਜ ਕਰਕੇ ਜੀਓ ਮਾਰਿਆ ਗਿਆ। 4G BSNL ਨੂੰ ਨਹੀਂ ਦਿੱਤਾ ਇਹਨਾਂ ਨੇ, ਰਿਲਾਇੰਸ ਨੂੰ ਦਿੱਤਾ। ਸਰਕਾਰੀ ਕੰਪਨੀ ਜਿਹਦਾ 5 ਲੱਖ ਕਰੋੜ ਰੁਪਏ ਦਾ ਇਨਫਰਾਸਟ੍ਰਕਚਰ, ਉਹਦੇ ਕੋਲ 4G ਹੈ ਨਹੀਂ, ਰਿਲਾਇੰਸ ਕੋਲ 4G ਹੈ। ਤੇ ਪ੍ਰਧਾਨ ਮੰਤਰੀ ਸਾਹਿਬ ਉਹਦੀ ਐਡਵਰਟਾਈਜ਼ਮੈਂਟ ਕਰ ਰਹੇ। ਤੁਸੀਂ ਸੋਚ ਕੇ ਦੇਖੋ ਨਾ ਜੀ, ਮਸ਼ਹੂਰੀ ਉਹ ਕਰ ਲੈ। ਕਿਸਾਨੀ ਦੇ ਕਿਸੇ ਮੁੱਦੇ ਤੇ, ਮਸ਼ਹੂਰੀ ਤੋਂ ਪਤਾ ਚੱਲ ਜਾਂਦਾ। ਤੁਸੀਂ ਕਿਸਾਨੀ ਦੇ ਕਿਸੇ ਮੁੱਦੇ ਤੇ ਕੋਰਟ ਨਹੀਂ ਜਾ ਸਕਦੇ। ਜਿੱਦਣ ਇਹ ਫਾਰਮ ਲਾ ਆਏ, ਇਹ 3 ਕਾਨੂੰਨ ਕਾਲੇ ਆਏ, ਉਸ ਦਿਨ ਤੋਂ ਲੈ ਕੇ 6 ਮਹੀਨਿਆਂ ਚ ਅੰਬਾਨੀ ਦੀ ਦੌਲਤ 23 ਬਿਲੀਅਨ, 1 ਬਿਲੀਅਨ ਹੁੰਦਾ 100 ਕਰੋੜ, 23 ਬਿਲੀਅਨ US ਡਾਲਰ, 1,68,000 ਕਰੋੜ ਵੱਧ ਗਈ 6 ਮਹੀਨਿਆਂ ਚ। ਲੱਖ ਲਾਣਤ ਹੈ ਮੈਂ ਕਹਿੰਦਾ ਨਾ। ਦੇਖੋ ਤੁਸੀਂ ਦੇਖੋ ਕਿ ਇੱਕ ਪੂਰੀ ਸਕੀਮ ਸੋਚੀ ਸਮਝੀ ਸਕੀਮ, ਇੱਕ ਪਲਾਟ ਹੈ, ਇੱਕ ਸਾਜ਼ਿਸ਼ ਹੈ ਵੀ ਇਹ ਏਦਾਂ ਹਵਾਲੇ ਕਰਨਾ ਇਹਨਾਂ ਦੇ। ਹੁਣ ਤੁਸੀਂ ਦੇਖੋ ਵੀ ਸਾਰੇ ਜਦੋਂ ਮੰਦੀ ਚੱਲ ਰਹੀ ਹੈ ਤੇ ਇਹਨਾਂ ਦੀ ਦੌਲਤ ਐਡੀ ਵਧ ਗਈ। ਅਡਾਨੀ ਦੀ 61% ਵਧ ਗਈ, ਇਹਦੀ 100% ਵਧ ਗਈ। ਸਮਝਿਓ? ਹੁਣ ਇਹ ਲਿਆ ਕੇ ਖੇਤੀ ਦਾ ਸਾਰੀ ਬਾਗਡੋਰ ਇਹਨਾਂ ਦੋ ਬੰਦਿਆਂ ਦੇ ਹੱਥ ਖਿੱਚਣਾ ਚਾਹੁੰਦੇ। ਹੁਣ ਇਹਦੇ ਕਾਰਨ ਕੀ ਨੇ ਕਾਕਾ, ਉਹ ਵੀ ਤਾਂ ਦੱਸ ਥੋੜਾ ਪਤਾ। ਅਰੇ ਚਾਨਣ ਪਾਈ ਦੇ ਫਿਰ ਮਿੱਤਰਾ। ਵਾਹ ਦੱਸੋ। ਮੈਂ ਤਾਂ ਬੈਠੇ ਸਮਝਦੇ ਨੇ, ਪਰ ਆਪਾਂ ਜਦੋਂ ਆਪਾਂ ਇਹ ਚਰਚਾ, ਹੁਣ ਆਪਾਂ ਜਿਹੜੇ 3 ਕਾਨੂੰਨ ਨੇ, ਇਹ ਤਿੰਨੋਂ ਕਾਨੂੰਨ ਜੁੜੇ ਹੋਏ ਨੇ। ਤੁਸੀਂ ਸਾਰੇ ਸਮਝਦੇ ਹੋ ਤਿੰਨੋਂ ਕਾਨੂੰਨ 3 ਅਲੱਗ-ਅਲੱਗ ਹਿੱਸੇ ਦੇਖਦੇ ਨੇ। ਪਹਿਲਾ ਕੰਟਰੈਕਟ ਫਾਰਮਿੰਗ, ਤੁਹਾਡੇ ਖੇਤ ਤੇ ਛੋਟੇ ਕਿਸਾਨਾਂ ਨੂੰ ਜੋੜ ਕੇ ਵੱਡਾ ਫਾਰਮ ਬਣਾਉਣ ਵਾਸਤੇ। ਤੁਹਾਨੂੰ ਬੀਜ ਕਿਹੜੇ ਲਾਣੇ ਨੇ, ਤੁਸੀਂ ਫਰਟੀਲਾਈਜ਼ਰ ਕਿਹੜਾ ਪਾਣਾ ਹੈ, ਫਾਰਮ ਸਰਵਿਸਿਜ਼ ਵੀ ਉਹ ਦੇਣਗੇ, ਤੁਹਾਡਾ ਫਸਲ ਬੀਮਾ ਵੀ ਉਹੀ ਕਰਨਗੇ। ਠੀਕ ਹੈ, ਤੁਹਾਨੂੰ ਗੱਲ ਸੁਣੋ ਜੀ, ਤੁਸੀਂ ਉਹਨਾਂ ਤੋਂ ਜਿਹੜੇ ਪੈਸੇ ਲੈਣੇ ਹੋ ਉਹ ਥੋੜੀਆਂ ਫਰਦਾਂ ਚ ਐਂਟਰ ਹੋਣਗੇ। ਬੇਸਿਕਲੀ ਇੱਕ ਤਰ੍ਹਾਂ ਨਾਲ ਜਿਹੜਾ 50-60 ਕਰੋੜ ਲੋਕ ਨੇ ਇਸ ਦੇਸ਼ ਦੀ ਆਬਾਦੀ ਹੈ, ਉਹਦੀ ਜਿਹੜੀ ਇਹ ਕਿਸਾਨੀ ਕਿੱਤਾ ਹੈ, ਉਹਨੂੰ 2 ਲੋਕਾਂ ਦੇ ਹੱਥ ਦੇਣ ਵਾਸਤੇ ਇਹ ਕੰਟਰੈਕਟ ਫਾਰਮਿੰਗ ਆਈ ਹੈ। ਕੰਟਰੈਕਟ ਫਾਰਮਿੰਗ ਸਾਰੇ ਹੱਕ ਉਹਨਾਂ ਕੋਲ ਨੇ। ਉਹ ਕੰਟਰੈਕਟ ਕਦੇ, ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨੀ ਵੀ ਆਹ ਬੀਜ ਨਹੀਂ ਲਾਣਾ, ਜਾਂ ਨਹੀਂ ਉਗਾਣਾ, ਉਹ ਸੈਕਸ਼ਨ 11 ਵਿੱਚ ਕਦੇ ਵੀ ਕਾਨੂੰਨ ਤੁਹਾਡੇ ਨਾਲ ਕੰਟਰੈਕਟ ਰੱਦ ਕਰ ਸਕਦੇ ਨੇ, ਪਰ ਤੁਸੀਂ ਨਹੀਂ ਕਰ ਸਕਦੇ। ਇਹਦੇ 'ਚ ਇਹ ਗੱਲ ਪੱਕੀ ਹੈ। ਬਹੁਤ ਸਿਆਣੀ ਗੱਲ ਕੀਤੀ ਮੁੰਡੇ ਨੇ। ਵੇਖੋ, ਜੇ ਤੇ ਉਹਨੇ ਥੋਤੋਂ ਪੈਸੇ ਲੈਣੇ ਆ, ਉਹਨੇ ਤੇ ਤੁਹਾਡੇ ਜ਼ਮੀਨੀ ਮਾਲੀ ਇਹਦੇ ਨਾਲ ਜਾਣਗੇ, ਉਹ ਫਰਦੇ ਉੱਤੇ ਆ ਜੀ ਪਟਾਕਦੇ ਨੇ। ਤੇ ਜੇ ਕਿਸਾਨ ਨੇ ਉਹ ਤੋਂ ਕੋਈ ਪੈਸਾ ਲੈਣਾ ਤੇ ਇਸ ਦੇ ਵਿੱਚ ਕਾਨੂੰਨ ਦੇ ਵਿੱਚ ਕੋਈ ਮੈਕੈਨਿਜ਼ਮ ਇਹੋ ਜਿਹਾ ਨਹੀਂ ਵੀ ਕਿਸਾਨ ਉਹ ਤੋਂ ਪੈਸੇ ਲੈ ਸਕਦਾ। ਕਾਨੂੰਨ ਇਹ ਕਹਿੰਦਾ ਵੀ ਤੁਸੀਂ ਕਚਹਿਰੀ ਨਹੀਂ ਜਾ ਸਕਦੇ। ਮਤਲਬ ਹੱਥ ਬੰਨ੍ਹਤੇ, ਇੱਕ ਬੰਦੇ ਦੇ ਹੱਥ ਬੰਨ੍ਹਤੇ, ਦੂਜੇ ਨੂੰ ਕਹਿੰਦੇ ਕੁੱਟ। ਵੇਖੋ ਤੁਸੀਂ ਮਤਲਬ ਕਿ ਇਹਨਾਂ ਦੀ ਮਤਲਬ ਕਿਸ ਹੱਦ ਤੱਕ ਗਿਰ ਗਏ ਲੋਕ। ਇਹਨਾਂ ਨੇ ਮਤਲਬ ਇੱਕ ਅਡੰਬਰ ਬਣਾ ਲਿਆ, ਇੱਕ ਮਾਸਕ ਮਖੌਟਾ ਬਣਾ ਲਿਆ ਬਈ ਭਾਈ ਰਿਫਾਰਮ ਦੀ ਆੜ ਦੇ ਵਿੱਚ ਦੇਸ਼ ਹਵਾਲੇ ਕਰਨਾ ਇਹਨਾਂ ਦੋਹਾਂ। ਤੁਸੀਂ ਸੋਚ ਕੇ ਵੇਖੋ ਕਿ ਕਿੱਡੀ ਵੱਡੀ ਸਾਜ਼ਿਸ਼। ਕਿਉਂ ਕਾਕਾ? ਜਿਹੜਾ ਤੁਸੀਂ ਮੈਨੂੰ ਕੱਲ ਦੱਸ ਰਹੇ ਸੀਗੇ ਕਿ APMC ਜਿਹੜਾ ਹੁਣ ਦੂਸਰਾ ਕਾਨੂੰਨ ਹੈ, APMC ਮੰਡੀ ਦੇ ਅਮੈਂਡਮੈਂਟ ਹੈ, ਉਹ ਚ ਫੈਡਰਲ ਸਟਰਕਚਰ ਦਾ ਅਟੈਕ ਕਿਵੇਂ ਕੀਤਾ ਤੇ ਜਿਹੜਾ ਸੂਬੇ ਦਾ ਰੈਵਨਿਊ ਆਂਦਾ ਸੀਗਾ, ਸਭ ਤੋਂ ਵੱਡਾ ਬੈਂਕ ਜਿਹਦੇ ਨਾਲ ਦੇਸ਼ ਚੱਲਦਾ ਉਹ ਸਟੇਟ ਬੈਂਕ ਆਫ ਇੰਡੀਆ। ਇਹਦਾ ਮਤਲਬ ਜਿੰਨੇ ਉਹਦੇ ਡਾਟਾ ਬੰਦ ਕਰਦੇ ਉਹ ਸਾਰਾ ਨਹੀਂ ਉਹ ਸਾਰਾ ਡਾਟਾ ਇਹਨਾਂ ਦੇ ਕੋਲ ਆ ਗਿਆ, ਇਹਨਾਂ ਕੋਲ ਆ ਗਿਆ। ਹੁਣ ਜੀਓ ਤੁਸੀਂ ਪੇਮੈਂਟ ਕਰਦੇ, SBI ਦੀ ਪੇਮੈਂਟ ਕਰਦੇ ਹੋ ਤਾਂ ਜੀਓ ਲਿਖਿਆ ਹੁੰਦਾ ਉੱਥੇ, ਉੱਤੇ ਜੀਓ ਲਿਖਿਆ ਸਾਰਾ ਡਾਟਾ ਲੈ ਲਿਆ। ਅੱਛਾ ਹੋਰ ਸੁਣੋ, ਮਤਲਬ ਜਿਹੜੀ ਜਨਾਨੀ ਨੇ ਇਹ ਪਾਲਿਸੀ ਬਣਾ ਕੇ ਇਹ ਜਿਹੜੀ ਇਹਨਾਂ ਨਾਲ ਡੀਲ ਕਰਾਈ, ਠੀਕ ਹੈ, ਉਹਦਾ ਨਾਮ ਹੈ ਅਰੁੰਧਤੀ ਭੱਟਾਚਾਰਿਆ, SBI ਦੀ ਚੇਅਰਮੈਨ, ਸਟੇਟ ਬੈਂਕ ਦੀ ਚੇਅਰਮੈਨ, ਪਾਲਿਸੀ ਬਣਾ ਕੇ ਇਹਨਾਂ ਨੂੰ ਦੇ ਰਹੀ ਹੈ। ਔਰ ਉਹ ਜਦੋਂ ਰਿਟਾਇਰ ਹੋਈ ਹੈ ਉਹਨੇ ਜਾ ਕੇ 5 ਸਾਲ ਦੀ ਨੌਕਰੀ ਰਿਲਾਇੰਸ ਦਾ ਕਰ। ਵੇਖੋ ਤੁਸੀਂ ਵੀ ਇਹ ਉਹ ਡਾਇਰੈਕਟਰ ਹੈ ਹੁਣ ਰਿਲਾਇੰਸ। ਹੁਣ ਦੇਖੋ ਕਿੱਦਾਂ ਵੀ ਇਹ ਸਿਸਟਮ ਨੂੰ ਆਪਣੇ ਢੰਗ ਨਾਲ ਚਲਾਉਂਦੇ ਆ ਤੇ ਜਿਹੜੇ ਇਹਨਾਂ ਦੀ ਮਦਦ ਕਰਦੇ ਉਹਨਾਂ ਨੂੰ ਨੌਕਰੀਆਂ ਦੇ ਦਿੰਦੇ, ਸਿਸਟਮ ਚੋਂ ਕੱਢ ਕੇ ਉੱਥੇ ਉਹਨੂੰ ਨੌਕਰੀ ਦੇ ਦਿੰਦੇ। ਮਤਲਬ ਸਟੇਟ ਬੈਂਕ ਆਫ ਇੰਡੀਆ ਨੂੰ ਹੁਣੇ ਕਬਜ਼ਾ ਕਰਨਗੇ ਉਹਦੇ ਤੇ। ਸੋਚ ਕੇ ਵੇਖੋ।
ਮਤਲਬ ਕਿੱਥੋਂ ਦਾ ਇਨਸਾਫ ਹੈ? ਫੇਸਬੁੱਕ ਨਾਲ ਡੀਲ ਕੀਤੀ, ਫੇਸਬੁੱਕ ਕੀ ਕਹਿੰਦੇ ਹੁੰਦੇ ਨੇ, ਜੀਓ ਹੈ ਤੇ WhatsApp, ਇਹਨਾਂ ਦੇ ਜੇ ਤੁਸੀਂ ਉਹ ਦੇਖੋ ਨਾ ਮਤਲਬ ਸਬਸਕ੍ਰਾਈਬਰ ਕਹਿੰਦੇ ਇਹਨਾਂ ਨੂੰ 100 ਕਰੋੜ ਬੰਦੇ ਨੈਟਵਰਕ ਇਹਨਾਂ ਦਾ। ਮੈਂ ਦੱਸਦਾ ਤੁਹਾਨੂੰ 400 ਮਿਲੀਅਨ, 1 ਮਿਲੀਅਨ 10 ਲੱਖ ਹੁੰਦਾ, 400 ਮਿਲੀਅਨ ਹੈਗਾ WhatsApp ਦਾ, 388 ਮਿਲੀਅਨ ਜੀਓ ਦਾ ਜਿਹੜਾ ਫਾਲੋਅਰ ਹੈ, ਤੇ 325 ਉਹਦਾ ਹੈਗਾ ਫੇਸਬੁੱਕ। ਇਹ ਤਿੰਨ ਜਦੋਂ ਇਕੱਠੇ ਹੋ ਗਏ ਤਾਂ 1200 ਮਿਲੀਅਨ ਲੋਕਾਂ ਦਾ ਡਾਟਾ ਇਕੱਠਾ ਕਰਕੇ ਇਹਨਾਂ ਨੇ ਮੋਨੋਪੋਲੀ ਬਣਾ ਲਈ। ਰਿਲਾਇੰਸ ਹੋ ਗਿਆ ਜਾਂ ਅਡਾਨੀ ਹੋ ਗਿਆ, ਇਹ ਕੋਈ ਇਨੋਵੇਸ਼ਨ ਕਾਰਡ ਨਾਲ ਜਾਂ ਕ੍ਰੀਏਟੀਵਿਟੀ ਦੇ ਨਾਲ ਨਹੀਂ ਇਹ ਲੈ ਕੇ ਜਿੱਤ ਰਹੇ। ਇਹ ਤੇ ਹਾਂ ਇਹ ਜੁਗਾੜ ਦੇ ਨਾਲ, ਇਹ ਮਤਲਬ ਇਹ ਇਸ ਤਰੀਕੇ ਨਾਲ ਸਰਕਾਰਾਂ ਦੀ ਫੈਸਿਲਿਟੇਸ਼ਨ ਦੇ ਨਾਲ ਇਹਨਾਂ ਨੇ ਮੋਨੋਪੋਲੀਆਂ ਬਣਾ ਲਈਆਂ। ਹੁਣ ਮੋਨੋਪੋਲੀ ਬਣ ਗਈ ਜਦੋਂ ਇਹਨਾਂ ਕੋਲ 1200 ਮਿਲੀਅਨ ਦਾ ਮਤਲਬ ਪਤਾ ਕੀ ਹੈ? ਸਾਡਾ ਦੇਸ਼ ਦੀ ਆਬਾਦੀ ਹੈਗੀ ਹੈ 137 ਕਰੋੜ। 137 ਕਰੋੜ ਚੋਂ 1200 120 ਕਰੋੜ ਬੰਦੇ ਇਹਨਾਂ ਥੱਲੇ, ਤੇ ਕੌਣ ਇਹਨਾਂ ਨਾਲ ਲੜੂ? ਕੌਣ ਇਹਨਾਂ ਨਾਲ ਕੰਪੀਟੀਸ਼ਨ ਕਰੂ? ਵੇਖੋ ਤੁਸੀਂ, ਇਹ ਤਾਂ ਮਤਲਬ ਇਹ ਲੋਟ ਹੀ ਤਾਂ ਆ ਸਕਦੇ ਸੀ ਵੀ ਜਦੋਂ ਰੱਬ ਕਹਿੰਦਾ ਨਾ ਅੱਤ ਖੁਦਾ ਦਾ ਵੈਰ, ਜਦੋਂ ਮਤਲਬ ਅੱਤ ਖੁਦਾ ਦਾ ਵੈਰ ਹੁੰਦਾ ਨਾ ਤੇ ਫਿਰ ਰੱਬ ਆਪੇ ਹੀ ਲੋਟਰੀਆਂ ਲਵਾਉਂਦਾ। ਇਹ ਹੁਣ ਲੋਟਰੀਆਂ ਲੱਗ ਰਹੀਆਂ ਕਿ ਨਹੀਂ ਲੱਗ ਰਹੀਆਂ? ਸਹੀ ਹੈ, ਸਹੀ, ਬਿਲਕੁਲ ਕਰਤਾ ਨਾ ਜਲੇਬੀਆਂ ਨੂੰ ਇਕੱਠਾ, ਹੈ ਬਿਲਕੁਲ ਕਰਤਾ ਕਿ ਨਹੀਂ? ਬਿਲਕੁਲ ਜੀ, ਸ਼ਾਬਾਸ਼ ਓਏ, ਖਾਇਆ ਕਰ, ਉਹੀ ਖਾਇਆ ਕਰ ਵੇਰ ਦਿੰਦੇ ਅੱਜ। ਸਾਨੂੰ ਤਾਂ ਮੱਖਣੀ ਮੁਖੜੀ ਬੰਦ ਹੋ ਗਈ ਹੁਣ ਪੁੱਤਰਾ। ਅੱਜ ਜਦੋਂ ਕ੍ਰਿਕਟ ਖੇਡਦੇ ਮੱਖਣੀ ਮੁਖ, ਹੁਣ ਤੂੰ ਖਾਣਾ ਅਲਸੀ ਵਾਲੀਆਂ ਪਿੰਨੀਆਂ, ਔਰ ਕਿਆ ਤੇਰਾ ਤੇ ਮੇਰਾ, ਮੈਂ ਖਾਣਾ ਆਲੂ ਗੋਭੀ। ਵਰਗੀਆਂ ਨੀਤੀਆਂ ਗੋਰੇ ਅੰਗਰੇਜ਼ਾਂ ਤੋਂ ਵੀ ਮਾੜੀਆਂ, ਉਹਨਾਂ ਨਾਲੋਂ ਕਿਤੇ ਜ਼ਿਆਦਾ ਮਾੜੇ ਨੇ। ਤੇ ਭਾਜੀ ਰਿਫਾਰਮ ਦੇ ਨਾਮ ਤੇ ਕਹਿ ਕੇ ਕਿ ਅਸੀਂ ਮਾਰਕੀਟ ਦੇ ਰੈਗੂਲੇਸ਼ਨ ਹਟਾ ਕੇ ਰਿਫਾਰਮ ਲੈ ਕੇ ਆ ਰਹੇ ਹਾਂ, ਅਸੀਂ ਥੋੜੇ ਪਾਬੰਦੀਆਂ ਹਟਾ ਕੇ ਆਮ ਛੋਟੇ ਵਪਾਰੀ ਨੂੰ, ਛੋਟੇ ਬੰਦੇ ਨੂੰ, ਆਮ ਕਿਸਾਨ ਨੂੰ ਮੌਕਾ ਦੇ ਰਹੇ ਹਾਂ ਗਰੋ ਕਰਨ ਦਾ। ਅਸਲ ਵਿੱਚ ਉਹਦੇ ਮੁਖੌਟੇ ਵਿੱਚ ਇੱਕ ਲੁੱਟ ਦਾ ਜਰੀਆ। ਤੁਸੀਂ ਆਪਣੇ ਕਿਸਾਨੀ ਕਿੱਤੇ ਵਾਪਸ ਆ ਜਾਓ। ਆਪਾਂ ਫਸਲ ਬੀਮਾ ਯੋਜਨਾ ਦੇਖ ਲਈ, ਹਾਂ ਲੈ ਪਹਿਲਾਂ ਸਟੇਟ ਸਰਕਾਰ ਦਿੰਦੀ ਸੀ ਉਹ ਫਸਲ ਬੀਮਾ। ਹਾਂ ਤੂੰ ਮੈਨੂੰ ਲੱਗਦਾ ਯਾਰ ਕੋਈ ਦੂਜਾ ਘੋੜਦਾ, ਬਦਾਮ ਘੋੜਦਾ ਹੈ। ਫਸਲ ਬੀਮਾ ਯੋਜਨਾ ਮੈਨੂੰ ਯਾਦ ਕਰਾਤੀ ਗੱਲ, ਬਹੁਤ ਵਧੀਆ ਇਹ ਗੱਲ ਇਹਨੇ ਕੀਤੀ ਹੈ ਬੇਟਾ। ਫਸਲ ਬੀਮਾ ਯੋਜਨਾ ਦੀ ਜਿਹੜੀ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਵਾਲੀ ਯੋਜਨਾ, ਦੇਖੋ ਇਹ ਕਿੱਡੀ ਵੱਡੀ ਇਹਨਾਂ ਨੇ ਲੁੱਟ ਦਾ ਜਰੀਆ ਬਣਾਇਆ। ਬੀਮਾ ਕਿਸਾਨ ਦਾ ਜਿਹੜਾ ਬੀਮਾ ਉਹਨੂੰ ਇਹਨਾਂ ਨੇ ਲੁੱਟ ਦਾ ਯੋਜਨਾ। ਵੇਖੋ ਤੁਸੀਂ ਪ੍ਰੀਮੀਅਮ ਤਾਂ ਸਮਝਦੇ ਹੋ ਨਾ? ਹਾਂਜੀ ਸਮਝਦੇ ਹੋ ਪ੍ਰੀਮੀਅਮ? ਹਾਂਜੀ ਵੀ ਜੀ ਇੰਨੇ ਪੈਸੇ ਦੇ, ਉਹ ਪ੍ਰੀਮੀਅਮ ਇਹਨਾਂ ਨੇ ਕੀਤਾ 47,000 ਕਰੋੜ ਦਾ, ਪ੍ਰਧਾਨ ਮੰਤਰੀ ਜਿਹੜਾ ਇਹ ਬੀਮਾ ਯੋਜਨਾ ਦਾ। ਔਰ ਇਹੀ ਤੁਹਾਨੂੰ ਦੱਸਿਆ ਕਰਨਗੇ ਵੀ ਆਹ ਬੀਮਾ ਇੱਥੋਂ ਕਰਾਉਣਾ ਵੀ, ਜਦੋਂ ਇਹਨਾਂ ਦਾ ਕੰਟਰੈਕਟ ਸਾਈਨ ਹੋ ਗਿਆ ਨਾ, ਇਹੀ ਬੀਮਾ ਆਪ ਹੀ ਬੀਮਾ ਕਰਨ ਵਾਲੇ ਨੇ। 47,000 ਕਰੋੜ ਰੁਪਏ ਦਾ ਇਹਨਾਂ ਨੇ ਪ੍ਰੀਮੀਅਮ ਦਿੱਤਾ, ਠੀਕ ਹੈ, ਤੇ ਕਲੇਮ ਜਿਹੜਾ ਕਿਸਾਨ ਨੂੰ ਦਿੱਤਾ ਉਹ ਸਿਰਫ 31,000 ਕਰੋੜ ਜਾਂ 17,000 ਕਰੋੜ ਰੁਪਏ ਸਿੱਧਾ ਜੇ। ਜਦੋਂ ਮਨਮੋਹਨ ਸਿੰਘ ਹੁੰਦੇ ਸੀ, ਦੇਖੋ ਰੱਬ ਭਲਾ ਕਰੇ ਉਹਦਾ, ਹਰੇਕ ਬੰਦਾ ਉਹਦੀ ਲੰਮੀ ਉਮਰ ਦੀ ਦੁਆ ਕਰਦਾ, ਜ਼ਬਰਦਸਤ ਬੰਦਾ ਆਉਂਦਾ ਨਾ ਚੇਤੇ ਆਉਂਦਾ ਨਾ। ਹੁਣ ਤੁਸੀਂ ਦੇਖੋ ਜਦੋਂ ਮਨਮੋਹਨ ਸਿੰਘ ਸੀ ਤੇ 10,000 ਕਰੋੜ ਰੁਪਏ ਦਾ ਪ੍ਰੀਮੀਅਮ ਸੀ ਤੇ 28,000 ਕਰੋੜ ਕਿਸਾਨਾਂ ਨੂੰ, ਵੇਖਦੇ ਹੋ 28,000 ਕਰੋੜ ਰੁਪਏ ਕਿਸਾਨਾਂ ਨੂੰ ਦਿੱਤਾ। ਉਹ ਸੋਇਆਬੀਨ ਦੀ ਫਾਰਮਿੰਗ, ਇੱਕ ਡਿਸਟ੍ਰਿਕਟ ਜਿਵੇਂ ਹੁਣ ਆਪਣਾ ਅੰਮ੍ਰਿਤਸਰ ਹੈ, ਉਹ ਉੱਥੇ ਮਹਾਰਾਸ਼ਟਰ 'ਚ ਇੱਕ ਡਿਸਟ੍ਰਿਕਟ ਹੈ, 173 ਕਰੋੜ ਪ੍ਰੀਮੀਅਮ, ਠੀਕ ਹੈ, ਤੇ ਕਿਸਾਨ ਨੂੰ ਦਿੱਤਾ 30 ਕਰੋੜ 143 ਜੇਬ 'ਚ, ਇੱਕ ਡਿਸਟ੍ਰਿਕਟ। ਸਾਰੀ ਫਸਲ ਮਰ ਗਈ, ਸਾਰੀ ਫਸਲ ਮਰ ਗਈ ਸੋਇਆ ਦੀ, ਦਿੱਤਾ ਉਹਨਾਂ ਨੂੰ ਕੱਖ ਵੀ। ਕੀ ਰੂਲ ਬਣਾਤੇ ਵੀ ਜੇ ਕਿਸੇ ਕਿਸਾਨ ਦੇ ਅੱਗ ਲੱਗ ਜੇ ਤੇ ਉਹਨੂੰ ਉਹਦੇ ਨਿੱਜੀ ਇੰਡੀਵਿਜੂਅਲ ਜਿਹੜਾ ਉਹਦਾ ਆਪਦਾ ਨਿੱਜੀ ਉਹਦੇ ਹਿਸਾਬ ਦੇ ਨਾਲ ਉਹ ਨਹੀਂ ਪੈਸੇ ਨਹੀਂ ਦੇਾਂਗੇ, ਸਾਰੇ ਪਿੰਡ ਨੂੰ ਕਿੰਨਾ ਘਾਟਾ ਪਿਆ ਉਹਦੇ ਹਿਸਾਬ ਨਾਲ ਦੇਖੋ। ਸਾਰੇ ਪਿੰਡ ਦੇ ਖੇਤਾਂ ਦੀ ਐਵਰੇਜ ਕੱਢ, ਸਾਰੇ ਪਿੰਡ ਦੇ ਖੇਤਾਂ ਦੀ ਐਵਰੇਜ ਕੱਢ ਕੇ ਦੇਾਂਗੇ, ਮਤਲਬ ਦੇਣਾ ਕੱਖ ਵੀ ਨਹੀਂ ਤੇ ਲੈਣਾ ਸਭ ਕੁਝ ਹੈ। ਮੈਂ ਤੈਨੂੰ ਕਿਹਾ ਨਾ ਕਿ ਮਤਲਬ ਮਾਲ ਲੋਕਾਂ ਦਾ, ਮਸ਼ਹੂਰੀ ਕੰਪਨੀ ਦੀ, ਆਹੀ ਕਿਹਾ ਕਰੋ ਖੜ ਕੇ ਸੱਥ ਦੇ ਵਿੱਚ ਨਾ, ਇਹਨੂੰ ਐਂ ਠੋਕੋ। ਮਸ਼ਹੂਰੀ ਤੇ ਪ੍ਰਧਾਨ ਮੰਤਰੀ ਦੇਣ ਦੇ। ਹਾਂ ਸ਼ਾਬਾਸ਼ ਓਏ, ਕੱਢ ਕੋਈ ਹੋਰ ਲਾਸਟ। ਮੈਂ ਹੋਰ ਤੁਹਾਨੂੰ ਗੱਲ ਦੱਸਾਂ, ਦੇਖੋ 17 ਲੱਖ ਕਰੋੜ ਰੁਪਏ ਬੈਂਕਾਂ ਦੇ ਖਾ ਗਏ, ਅੱਟੀ ਸੱਟੀ ਨਾ ਖਾਦੇ ਪੋਲੀਟੀਸ਼ੀਅਨ। ਇੱਕ ਨੂੰ ਫੜਿਆ, ਇੱਕ ਨੂੰ ਟਾਈਮ ਘੂਰੀ ਵੱਟੀ ਸੁਪਰੀਮ ਕੋਰਟ ਨੇ ਤੇ ਟੱਕ ਦੇ ਨੇ ਜਮ੍ਹਾਂ ਕਰਾਏ, ਅੰਬਾਨੀ ਨੇ ਵੀ ਜਮ੍ਹਾਂ ਕਰਾਏ, ਉਹ ਸਾਰੇ ਵਾਲੇ ਨੇ ਵੀ ਕਰਾਏ, ਬਾਕੀਆਂ ਨੇ ਵੀ ਕਰਾਏ, ਠੀਕ ਹੈ ਕਿ ਨਹੀਂ? ਇਹਨਾਂ ਨੇ ਕਿਹਨੂੰ ਵੀ ਫੜਿਆ ਫੜਿਆ। ਹੁਣ ਇਹਨਾਂ ਨੂੰ ਇਹ ਪੁੱਛੇ ਕਿ ਜਦੋਂ ਕੋਈ ਇਸ ਤਰ੍ਹਾਂ ਬੈਂਕ ਲੁੱਟਦਾ ਔਰ ਤੁਸੀਂ ਉਹਦਾ ਕਰਜ਼ਾ ਮਾਫ ਕਰਦੇ, ਇਹਨੂੰ ਕਹਿੰਦੇ ਨੇ ਰੈਵਨਿਊਜ਼ ਫੋਰਗੋਨ।
ਇਹ ਪਿਛਲੇ 50 ਸਾਲਾਂ ਦੇ ਵਿੱਚ 6 ਲੱਖ ਕਰੋੜ ਰੁਪਈਆ ਇਹਨਾਂ ਨੇ ਮਾਫ ਕੀਤਾ 6 ਲੱਖ ਕਰੋੜ ਰੁਪਈਆ ਮਾਫ ਔਰ ਇਹਨਾਂ ਦਾ ਮਾਫ ਇਹਨਾਂ ਨੂੰ ਇਹ ਪੁੱਛੇ ਜਦੋਂ ਤੁਸੀਂ ਉਹ ਮਾਫ ਕਰਦੇ ਹੋ ਤੁਸੀਂ ਇਹਨਾਂ ਨੂੰ ਕਹਿੰਦੇ ਹੋ ਵੀ ਇੰਨੀ ਨੌਕਰੀ ਦਿਓਗੇ ਤਾਂ ਮਾਫ ਕਰਾਂਗੇ ਇੰਨੇ ਜਵਾਨ ਮੁੰਡਿਆਂ ਨੂੰ ਇਦਾਂ ਨੌਕਰੀ ਦੇਵਾਂਗੇ ਇੰਨੀ ਇੰਪਲੋਇਮੈਂਟ ਦਿਓਗੇ ਇੰਨਾ ਰੋਜ਼ਗਾਰ ਜਨਰੇਟ ਕਰਾਂਗੇ ਤਾਂ ਦੇਵਾਂਗੇ ਕੋਈ ਕੰਡੀਸ਼ਨ ਲਾਈਏ ਕੋਈ ਨਹੀਂ ਮਤਲਬ ਇਹ ਸਾਰੀਆਂ ਇਹਨਾਂ ਦੀਆਂ ਪਾਲਿਸੀਆਂ ਰਬੜ ਦਾ ਗੁੱਡਾ ਬਣ ਗਈ ਸਰਕਾਰ ਚਾਬੀ ਇਹ ਦਿੰਦੇ ਨੀਤੀਆਂ ਇਹ ਬਣਾਉਂਦੇ ਉਹ ਇੱਕ ਪੁਰਾਣਾ ਸ਼ੇਰ ਹੈ ਦੇਖੋ ਤੁਹਾਨੂੰ ਸਮਝ ਆਉਂਦਾ ਕਿ ਨਹੀਂ ਆਉਂਦਾ ਮੈਂ ਉਰਦੂ ਵੀ ਛੱਡ ਦਿੰਦਾ ਹੁੰਦਾ ਕਈ ਹੈ ਮੈਂ ਮਤਲਬ ਆਪਾਂ ਅਲਖ ਜਗਾਣੀ ਹੋਵੇ ਜਿਹੜੀ ਕਿਸਾਨ ਜਗਾ ਰਿਹਾ ਐਵੇਂ ਕੋਈ ਲੀਡਰ ਹੁਣ ਐਵੇਂ ਅੱਗੇ ਪਾਟੇ ਖਾਂ ਬਣਦਾ ਫਿਰ ਇਹ ਜ਼ੀਰੋ ਗੱਲ ਹੈ ਮਤਲਬ ਅੱਜ ਦਾ ਲੀਡਰ ਕਿਸਾਨ ਹੈ ਮੈਂ ਤਾਂ ਹੀ ਮਜ਼ਦੂਰ ਤੇ ਕਿਸਾਨ ਅੱਛਾ ਮਜ਼ਦੂਰ ਮੈਂ ਤਾਂ ਹੀ ਤੁਹਾਨੂੰ ਕਹਿੰਦਾ ਵੀ ਦੇਖੋ ਇਹਨਾਂ ਨੇ ਹੋਰਡਿੰਗ ਕਰਨੀ ਲੀਗਲ ਕਰਤੀ ਵੀ ਇੰਨਾ ਤੁਸੀਂ ਰੱਖ ਸਕਦੇ ਹੋ 100 ਗੁਣਾ ਵੇਚ ਸਕਦੇ ਹੋ ਤੁਸੀਂ ਜੇ 100 ਗੁਣਾ ਵੇਚ ਸਕਦੇ ਹੋ ਮਹਿੰਗਾਈ ਦੇਖ ਲਓ ਦਾਲ ਹੋ ਗਈ 50 ਤੋਂ 150 ਦੀ 125 30 ਦੀ ਹੋ ਗਈ ਕਿ ਨਹੀਂ ਬਿਲਕੁਲ ਜੀ ਬਿਲਕੁਲ ਟਮਾਟਰ 60 ਪਤਾ ਨਹੀਂ ਕਿੰਨਾ ਹੈ ਰੱਬ ਜਾਣੇ ਕਿੰਨਾ ਹੈ ਮਟਰ 80 ਵਿਕਦਾ ਸੀ ਅੱਜ ਤੋਂ 15-20 ਦਿਨਾਂ ਪਹਿਲਾਂ ਹੁਣ ਪਤਾ ਨਹੀਂ ਕਿੰਨੇ ਦਾ ਵਿਕਦਾ ਠੀਕ ਹੈ 14 ਰੁਪਏ 12 14 ਹੁਣ ਛੋਟਾ ਹੋ ਗਿਆ ਹੁਣ ਤੁਸੀਂ ਦੇਖੋ ਜਦੋਂ ਸਪਲਾਈ ਆਉਂਦੀ ਨਾਲ ਦੀ ਨਾਲ ਉਹ ਘਟ ਜਾਂਦਾ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਇਹ 3 ਗੁਣਾ ਦਾਲ ਦੇ ਰੇਟ ਵੱਧ ਗਏ ਲੱਗੀਆਂ ਨਾ ਦਾਲ ਰੋਟੀ ਖਾਓ ਪ੍ਰਭੂ ਤੇ ਭਾਈ ਦਿਹਾੜੀ ਵਾਲਾ ਜਿਹੜਾ ਮਜ਼ਦੂਰ ਹੈ ਉਹਦੀ ਦਿਹਾੜੀ 300 ਤੋਂ 900 ਹੋਈ ਹੈ ਉਹਦੇ ਬਾਰੇ ਸੋਚਿਆ ਕਿ ਨਹੀਂ ਕਿਉਂ ਬਈ ਬਿਲਕੁਲ ਸੋਚਿਆ ਕਿ ਨਹੀਂ ਤਾਂ ਉਹ ਸ਼ੇਰ ਭੁੱਲ ਗਿਆ ਸੀ ਮੈਂ ਸ਼ੇਰ ਹੁਣ ਕੱਢ ਦਿੰਦਾ ਵਿੱਚੋਂ ਪਟਾਰੇ ਚੋਂ ਇਹ ਕਰੰਟ ਪੂਰਾ ਇਹਦਾ ਉਹ ਕਹਿੰਦੇ ਵਤਨ ਕੀ ਫਿਕਰ ਕਰ ਐ ਨਾ ਕਿ ਆਪਾਂ ਆਪਣੇ ਵਤਨ ਦੀ ਫਿਕਰ ਕਰੀਏ ਵਤਨ ਕੀ ਫਿਕਰ ਕਰ ਮਾ ਐ ਨਾਦਾਂ ਮੁਸੀਬਤ ਆने वाली आई खड़ी है मुसीबत तेरी बर्बादियों के मशवरे आसमानों में है छोटियां बर्बादियां दे मशवरे ते आसमान ने जे ना संभलोगे तो मिट जाओगे पंजाब वालों तुम्हारी दास्तां तक ना होगी दास्तां ਇਹ ਆਪਣੀ ਹੋਣ ਦੀ ਲੜਾਈ ਮਿੱਤਰਾ ਇਹ ਤੇ ਬੈਟਲ ਆਫ ਐਗਜ਼ਿਸਟੈਂਸ ਹੈ ਵੀ ਜਾਂ ਅਸੀਂ ਜਾਂ ਉਹ ਕਹਿੰਦੇ ਨੇ ਜਾਂ ਟਾਂਡੇ ਵਾਲੀ ਰਹੂ ਜਾਂ ਭਾਂਡੇ ਵਾਲੀ ਰਹੂ ਬਿਲਕੁਲ ਬਿਲਕੁਲ ਇਹ ਹੋਇਆ ਟਾਂਡੇ ਵਾਲੀ ਰਹੂ लाइव टीवी सच सबसे आगे।